ठीक है नहीं ਉਹਦੇ ਵਿੱਚ ਤੁਹਾਡੇ ਕੋਈ ਉਹਨਾਂ ਸਵਾਲ ਜਵਾਬ ਤੁਹਾਡੇ ਨਾਲ ਉਹਦੇ ਕੋਲ ਗੱਲਬਾਤ ਤੁਹਾਨੂੰ ਇਦਾਂ ਲੱਗਦਾ ਨਹੀਂ ਸੀ ਕਿ ਉਹ ਮੈਨੂੰ ਛੱਡ ਕੇ ਚੱਲ ਜਾਊਗੀ ਜਾਂ ਮੇਰੇ ਨਾਲ ਹੇਰਾਫੇਰੀ ਕਰੋ, ਇਦਾਂ ਦੀ ਕੋਈ ਗੱਲਬਾਤ ਨਹੀਂ ਹੋਈ? ਦੇਖੋ ਜੀ, ਜਦੋਂ ਆਪਣੀ ਮੈਂ ਫਰੈਂਕ ਜੀ ਕਹਿੰਦਾ ਜਦੋਂ ਸੁਹਾਗ ਰਾਤ ਹੁੰਦੀ ਆ ਤੇ ਉਦੋਂ ਮੈਂ ਉਹਨੂੰ ਕਿਹਾ, ਮੈਂ ਕਿਹਾ ਵੀ ਹੁਣ ਤਾਂ ਆਪਾਂ ਹਸਬੈਂਡ ਵਾਈਫ ਹਾਂ, ਹੁਣ ਤਾਂ ਆਪਣੇ 'ਚ ਕੋਈ ਚੱਕਰ ਨਹੀਂ ਹੈਗਾ ਇੱਦਾਂ ਦਾ। ਤੇ ਕਹਿੰਦੀ ਨਹੀਂ, ਮੈਂ ਹਜੇ ਇਹ ਕੰਮ ਨੂੰ ਰੈਡੀ ਨਹੀਂ ਹੈਗੀ, ਮੈਂ ਨਹੀਂ ਕਰ ਸਕਦੀ। ਡਾਲਰ ਨਹੀਂ ਭੇਜਿਆ ਮੇਰੇ ਡੈਡੀ ਹੁਣੀ, $300 ਭੇਜਿਆ ਵੀ ਕੁੜੀ ਸ਼ਾਇਦ ਕੰਮ ਬਣਾ ਦੇਵੇ, ਵੀ ਬਾਹਰਲਾ ਘਰ ਬਚ ਜਾਵੇ। ਤੇ ਉਸ ਤੋਂ ਬਾਅਦ ਉਹਨੇ ਇਹ ਕਿਹਾ ਵੀ ਮੈਨੂੰ ਪੈਸੇ ਘੱਟ ਮਿਲੇ ਆ, ਮੈਂ ਤੇਰੇ ਨਾਲ ਗੱਲ ਨਹੀਂ ਕਰਨੀ। ਮੈਂ ਤੁਹਾਨੂੰ ਸਕਰੀਨਸ਼ਾਟ ਵੀ ਦਿਖਾ ਦਿੰਦਾ ਸਾਰੇ ਜੋ ਬੋਲੀ ਆ ਉਹ। ਕਹਿੰਦੀ ਮੈਂ ਆ ਦੇਖੋ, ਕਹਿੰਦੀ ਮੈਂ ਤੇਰੇ ਪੈਸੇ ਤੇਰੇ ਮੂੰਹ 'ਤੇ ਮਾਰਨੇ ਆ, ਤੂੰ ਹੁਣ ਡਿਵੋਰਸ ਪੇਪਰਾਂ ਦੀ ਵੇਟ ਕਰੀ। ਆ ਤੁਸੀਂ ਦੇਖ ਸਕਦੇ ਹੋ, ਤੇਰੇ ਪੈਸੇ ਤੇਰੇ ਮੂੰਹ 'ਤੇ ਮਾਰਨੇ ਆ, ਮੈਂ ਨਹੀਂ ਹੁਣ ਤੈਨੂੰ ਪੇਪਰ ਭੇਜਣੇ, ਜੋ ਮਰਜ਼ੀ ਕਰ ਲਾ। ਇਹਨੇ ਮੈਨੂੰ ਗਾਲਾਂ ਕੱਢੀਆਂ ਸੀ। ਮੈਂ ਕਿਹਾ ਤੂੰ ਗਾਲ ਕੱਢ ਦੁਬਾਰਾ, ਤੈਨੂੰ ਮੈਂ ਦੱਸਦਾ ਹੁਣ। ਮੈਂ ਜੇ ਕੋਈ ਬੰਦਾ ਕੁੜੀ ਮੈਨੂੰ ਗਾਲ ਕੱਢਦੀ ਆ, ਆਖਰ ਵਿੱਚ ਮੈਂ ਪੈਸੇ ਲਾਏ ਆ ਜੀ, ਮੈਂ ਕਾਹਨੂੰ ਗਾਲਾਂ ਸੁਣਾ ਕਿਸੇ ਦੀਆਂ। ਮੈਂ ਵੀ ਉਹਨੂੰ ਮੈਸੇਜ ਕੀਤੇ, ਕਹਿੰਦੀ ਦਵਾ ਹੁਣ ਬਸ ਦਿਮਾਗ ਨਾ ਖਾ, ਮੈਸੇਜ ਕਰਨ ਦੀ ਕਹਿੰਦੀ ਲੋੜ ਨਹੀਂ ਮੈਨੂੰ। ਕਹਿੰਦੀ ਹੈ ਕੀ ਬਾਂਦਰ ਇਹ ਸ਼ਕਲ ਲੈ ਕੇ ਆਇਆ, ਸਮਝਦਾ ਕੀ ਆਪਣੇ ਆਪ ਨੂੰ, ਇਹ ਮੈਸੇਜ ਕਰਦੀ ਹੈ ਜੀ। ਉਸ ਤੋਂ ਬਾਅਦ ਆਹ ਮੈਸੇਜ ਮੈਂ ਤਾਂ ਪੜ੍ਹ ਕੇ ਵੀ ਨਹੀਂ ਦੱਸ ਸਕਦਾ ਜੀ, ਇੱਦਾਂ ਦੀਆਂ ਗਾਲਾਂ ਕੱਢੀਆਂ ਉਹਨੇ। ਆਹ ਦੇਖ ਲਓ, ਤੁਸੀਂ ਦੇਖ ਸਕਦੇ ਹੋ। ਉਸ ਤੋਂ ਬਾਅਦ ਮੈਂ ਉਹਨੂੰ ਇਹ ਗੱਲ ਜ਼ਰੂਰ ਪੁੱਛੀ, ਪਹਿਲਾਂ ਉਹਨੂੰ ਪੁੱਛੀ ਸੀਗੀ, ਮੈਂ ਕਿਹਾ ਜਦੋਂ ਮੈਰਿਜ ਹੋਈ ਸੀ ਵੀ ਮੈਂ ਤੈਨੂੰ ਪਸੰਦ ਸੀ? ਕਹਿੰਦੀ ਨਹੀਂ, ਤੂੰ ਮੈਨੂੰ ਪਸੰਦ ਨਹੀਂ ਸੀ। ਮੈਂ ਕਿਹਾ ਵੀ ਕਹਿੰਦੀ ਤੈਨੂੰ ਮੈਂ ਪਸੰਦ ਸੀ। ਮੈਂ ਕਿਹਾ ਮੈਨੂੰ ਜੋ ਮੇਰੇ ਘਰ ਦੇ ਡੈਡੀ ਹੁਣੀ ਕਰ ਦਿੱਤਾ ਮੈਨੂੰ ਠੀਕ ਸੀਗਾ। ਕਹਿੰਦੀ ਓਕੇ। ਤੇ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਵੀ ਤੂੰ ਮੈਨੂੰ ਪਹਿਲਾਂ ਦੱਸਦੀ ਅਸੀਂ ਇਹ ਸਟੈਪ ਨਹੀਂ ਸੀ ਚੱਕਣਾ, ਜੇ ਮੈਂ ਤੈਨੂੰ ਪਸੰਦ ਨਹੀਂ ਸੀ। ਕਹਿੰਦੀ ਪਹਿਲਾਂ ਤਾਂ ਇੱਕ ਗੱਲ ਜਿਹਨੂੰ ਮੈਂ ਜਾਣਦੀ ਹੀ ਨਹੀਂ, ਕੋਈ ਗੱਲ ਹੀ ਨਹੀਂ ਹੋਈ, ਉਹਨੂੰ ਕਿਵੇਂ ਕੋਈ ਪਸੰਦ ਕਰ ਸਕਦਾ ਪਹਿਲਾਂ ਹੀ। ਮੈਂ ਕਿਹਾ ਜਾਣਦਾ ਮੈਂ ਕਿਹੜਾ ਸੀਗਾ, ਆਪਣੀ ਸਾਰੀ ਉੱਥੇ ਹੀ ਗੱਲ ਹੋਈ ਸੀ ਤੇ ਜਾਣ ਕੇ ਉਹਨੇ ਇਹ ਗੱਲ ਕਹਿਤੀ ਵੀ ਤੂੰ ਮੈਨੂੰ ਪਸੰਦ ਨਹੀਂ। ਦੱਸੋ ਮੈਨੂੰ, ਜਿਹੜਾ ਇਹ ਤੁਸੀਂ ਵਿਆਹ ਕਰਾਇਆ ਸੀ, ਤੁਹਾਨੂੰ ਪਤਾ ਤੁਸੀਂ ਸਿਰਫ ਬਾਹਰ ਜਾਣ ਦੇ ਸ਼ੌਕ ਨੂੰ ਕਰਾਇਆ ਸੀ ਜਾਂ ਕਿ ਤੁਹਾਨੂੰ ਲੱਗਦਾ ਸੀ ਵੀ ਮੈਂ ਆਈਲੈਟ ਕਰਾ ਕੇ ਕੁੜੀ ਬਾਹਰ ਚੱਲ ਜਾਵਾਂ ਤੇ ਮੈਂ ਬਾਹਰ ਜਾ ਕੇ ਜਾਵਾਂ? ਮੈਂ ਵਿਆਹ ਕਰਵਾਇਆ ਸੀ, ਮਤਲਬ ਫਿਊਚਰ ਸੈੱਟ ਹੋ ਜਾਵੇ ਦੋਨਾਂ ਦਾ, ਕੁੜੀ ਦਾ ਵੀ ਮੁੰਡੇ ਦਾ ਵੀ, ਮੇਰਾ ਵੀ ਤੇ ਕੁੜੀ ਦਾ ਵੀ। ਤੇ ਫਿਰ ਤੁਸੀਂ ਜਦੋਂ ਕੁੜੀ ਦਾ ਤੁਸੀਂ ਜਦੋਂ ਵਿਆਹ ਤੋਂ ਪਹਿਲਾਂ ਤੁਹਾਡੀ ਕੋਲ ਨਾਲ ਗੱਲਬਾਤ ਹੋਈ ਸੀ ਸਾਰੀ? ਜਦੋਂ ਵਿਆਹ ਤੋਂ ਪਹਿਲਾਂ ਮਿਲੇ ਸੀਗੇ ਉਹਨਾਂ ਨਾਲ ਸਾਰੀ ਗੱਲਬਾਤ ਕੀਤੀ ਸੀ। ਉਹਨਾਂ ਦੇ ਜਿਹੜੇ ਉਹਦੀ ਭੈਣ ਤੇ ਜੀਜਾ ਆ, ਇਹ ਮਾਲਪੁਰ ਵਾਲੇ, ਜਿਹਦਾ ਨਾਮ ਹਰਸ਼ਰਨ ਸਿੰਘ ਆ, ਭੈਣ ਦਾ ਨਾਮ ਹਰਪ੍ਰੀਤ ਕੌਰ ਆ। ਉਹਨਾਂ ਦਾ ਆਈਲੈਟਸ ਕੋਚਿੰਗ ਸੈਂਟਰ ਹੈ ਦੀ ਡੈਸਟੀਨੇਸ਼ਨ, ਉੱਥੇ ਮਾਲਪੁਰੇ। ਉੱਥੇ ਬੈਠ ਕੇ ਸਾਰਿਆਂ ਨੇ ਗੱਲਬਾਤ ਕੀਤੀ। ਮੇਰੇ ਡੈਡੀ ਕਹਿੰਦੇ ਅਸੀਂ ਦਾਜ ਰਹਿਤ ਵਿਆਹ ਕਰਾਂਗੇ, ਦਾਜ ਨਹੀਂ ਲੈਣਾ ਕੋਈ ਵੀ, ਬਈ ਅਸੀਂ ਇਹ ਚਾਹੁੰਦੇ ਹਾਂ ਵੀ ਕੁੜੀ ਮੁੰਡਾ ਐਨ ਸੈੱਟ ਹੋ ਜਾਣ, ਪੈਸੇ ਅਸੀਂ ਲਵਾਂਗੇ, ਸਾਡੀ ਕੁੜੀ ਬਾਹਰ ਜਾਊਗੀ, ਮੁੰਡਾ ਸਪੋਜ਼ 'ਤੇ ਸੱਦ ਲੂਗੀ। ਬਟ ਉਹਨੇ ਜਾ ਕੇ ਮਤਲਬ ਕਾਲਜ ਜੁਆਇਨ ਕਰਨ ਤੋਂ ਬਾਅਦ ਜਦੋਂ $2500 ਅਸੀਂ ਨਹੀਂ ਭੇਜਿਆ ਜਿਹੜਾ ਮੰਗਿਆ ਸੀ ਉਹਨੇ, ਤੇ ਉਸ ਤੋਂ ਬਾਅਦ ਉਹਨੇ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ। ਤੇ ਉਹ ਮੇਰੇ ਸਕਰੀਨਸ਼ਾਟ ਵੀ ਪਏ ਆ। ਮੈਨੂੰ ਕਹਿੰਦੀ ਮੈਂ ਤੇਰੇ ਪੈਸੇ ਮੂੰਹ 'ਤੇ ਮਾਰਨੇ ਆ, ਤੂੰ ਹੁਣ ਡਿਵੋਰਸ ਪੇਪਰਾਂ ਦੀ ਵੇਟ ਕਰੀ, ਤੂੰ ਮੇਰੇ ਪਸੰਦ ਨਹੀਂ ਹੈਗਾ। ਇੱਕ ਗੱਲ ਦੱਸੋ, ਜਦੋਂ ਤੁਹਾਡਾ ਵਿਆਹ ਹੋ ਗਿਆ, ਵਿਆਹ ਹੋਣ ਤੋਂ ਬਾਅਦ ਤੁਸੀਂ ਇੱਕ ਰਾਤ ਇਕੱਠਿਆਂ ਨੇ ਗੁਜ਼ਾਰੀ ਆ, ਠੀਕ ਨਹੀਂ? ਉਹਦੇ ਵਿੱਚ ਤੁਹਾਡੇ ਕੋਈ ਉਹਨਾਂ ਸਵਾਲ ਜਵਾਬ ਤੁਹਾਡੇ ਨਾਲ ਉਹਦੇ ਕੋਲ ਗੱਲਬਾਤ ਤੁਹਾਨੂੰ ਇਦਾਂ ਲੱਗਦਾ ਨਹੀਂ ਸੀ ਕਿ ਉਹ ਮੈਨੂੰ ਛੱਡ ਕੇ ਚੱਲ ਜਾਊਗੀ ਜਾਂ ਮੇਰੇ ਨਾਲ ਹੇਰਾਫੇਰੀ ਕਰੋ, ਇਦਾਂ ਦੀ ਕੋਈ ਗੱਲਬਾਤ ਨਹੀਂ ਹੋਈ? ਦੇਖੋ ਜੀ, ਜਦੋਂ ਆਪਣੀ ਮੈਂ ਫਰੈਂਕ ਜੀ ਕਹਿੰਦਾ ਜਦੋਂ ਸੁਹਾਗ ਰਾਤ ਹੁੰਦੀ ਆ ਤੇ ਉਦੋਂ ਮੈਂ ਉਹਨੂੰ ਕਿਹਾ, ਮੈਂ ਕਿਹਾ ਵੀ ਹੁਣ ਤਾਂ ਆਪਾਂ ਹਸਬੈਂਡ ਵਾਈਫ ਹਾਂ, ਹੁਣ ਤਾਂ ਆਪਣੇ 'ਚ ਕੋਈ ਚੱਕਰ ਨਹੀਂ ਹੈਗਾ ਇੱਦਾਂ ਦਾ। ਤੇ ਕਹਿੰਦੀ ਨਹੀਂ, ਮੈਂ ਹਜੇ ਇਹ ਕੰਮ ਨੂੰ ਰੈਡੀ ਨਹੀਂ ਹੈਗੀ, ਮੈਂ ਨਹੀਂ ਕਰ ਸਕਦੀ। ਕਹਿੰਦੀ ਮੈਂ ਪਰ ਤੈਨੂੰ ਬਾਹਰ ਜ਼ਰੂਰ ਸੱਦੂਗੀ, ਕਹਿੰਦੀ ਵਿਆਹ ਆਪਣਾ ਪੱਕਾ ਹੋ ਗਿਆ, ਬਾਹਰ ਜ਼ਰੂਰ ਸੱਦੂਗੀ, ਕਿਉਂਕਿ ਅਸੀਂ ਪੈਸੇ ਪਹਿਲਾਂ ਲਾ ਚੁੱਕੇ ਸੀਗੇ ਜੀ। ਤੇ ਉਸ ਤੋਂ ਬਾਅਦ ਮੈਂ ਕੋਈ ਜ਼ਿਆਦਾ ਫੋਰਸ ਵੀ ਨਹੀਂ, ਧੱਕਾ ਵੀ ਨਹੀਂ ਕਰ ਸਕਦਾ ਸੀਗਾ, ਕਿਉਂਕਿ ਜੇ ਮੈਂ ਕੁਛ ਕਰਦਾ ਕੁੜੀ ਕੋਈ ਗਲਤ ਸਟੈਪ ਲੈ ਲੈਂਦੀ ਜਾਂ ਮੇਰੇ 'ਤੇ ਝੂਠਾ ਹੀ ਕੇਸ ਕੁਛ ਪਾਉਂਦੀ, ਉਸ ਕਰਕੇ ਫਿਰ ਮੈਂ। ਇੱਕ ਗੱਲ ਤੁਸੀਂ ਦੱਸੋ, ਚਲੋ ਉਹ ਤਾਂ ਜੋ ਹੋਣਾ ਸੀ ਹੋ ਗਿਆ। ਮੇਰਾ ਮਤਲਬ ਕਹਿਣ ਦਾ ਕੀ ਹੈ ਵੀ ਜਦੋਂ ਕੁੜੀ ਇੱਥੋਂ ਤੁਹਾਡੇ ਕੋਲ ਚਲ ਗਈ, ਇੱਕ ਰਾਤ ਰਹਿ ਕੇ ਚਲ ਗਈ, ਦੂਜੇ ਦਿਨ ਨਹੀਂ ਆਈ ਮੁੜ ਕੇ, ਜਾਂ ਉਹ ਮੁੜ ਕੇ ਲੈ ਗਏ, ਉਸ ਤੋਂ ਬਾਅਦ ਤੁਸੀਂ ਉਹਨੂੰ ਮੁੜ ਕੇ ਕੰਟੈਕਟ ਕਰਨ ਦਾ, ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ? ਉਹ ਤੋਂ ਕਿੰਨੇ ਚਿਰ ਬਾਅਦ ਕੁੜੀ ਬਾਹਰ ਗਈ ਹੈ? ਇੱਥੋਂ ਕੁੜੀ ਲੈ ਗਏ, ਜਦੋਂ ਤੱਕ ਨਹੀਂ ਕੁੜੀ ਗਈ ਉਦੋਂ ਤੱਕ ਤਾਂ ਕੰਟੈਕਟ 'ਚ ਹੀ ਰਹੇ। ਮਤਲਬ ਤੈਨੂੰ ਮਿਲਣ ਆਈ, ਮੁੜ ਕੇ ਤੇਰੇ ਨਾਲ ਗੱਲਬਾਤ ਹੋਈ? ਮੁੜ ਕੇ ਮਿਲਣ ਨਹੀਂ ਆਈ ਜੀ ਮੈਨੂੰ, ਉੱਥੇ ਹੀ ਮਾਲਪੁਰੇ ਰਹੀ, ਆਪਣੀ ਭੈਣ ਤੇ ਜੀਜੇ ਕੋਲੇ ਰਹੀ ਆ। ਤਾਂ ਫਿਰ ਤੁਹਾਨੂੰ ਉਦੋਂ ਹੀ ਕੋਈ ਨਾ ਕੋਈ ਐਸਾ ਸਟੈਪ ਲੈਣਾ ਚਾਹੀਦਾ ਸੀ, ਪੁਲਿਸ ਨੂੰ ਦੱਸਣਾ ਚਾਹੀਦਾ, ਉੱਥੇ ਕੰਪਲੇਂਟ ਕਰਦੇ ਕਿ ਉਹ ਬਾਹਰ ਹੀ ਨਾ ਜਾ ਪਾਉਂਦੀ। ਸਰ ਉਦੋਂ ਇਹ ਚੱਕਰ ਸੀਗਾ ਜੀ ਸਾਡੇ, ਮੇਰਾ ਇੱਕ ਝੂਠਾ ਨਾਮ ਫਸਾਤਾ ਸੀ ਕੇਸ 'ਚ। ਉਸ ਚੱਕਰ ਵਿੱਚ ਅਸੀਂ ਉੱਧਰ ਸੀਗੇ, ਉਹ ਕਹਿੰਦੇ ਸੀ ਵੀ ਕੁੜੀ ਨੂੰ ਅਸੀਂ ਇੱਥੇ ਰੱਖਦੇ ਹਾਂ ਤੇ ਬਈ ਤੁਸੀਂ ਇੱਦਾਂ ਦਾ ਕੁਛ ਨਾ ਕਰੋ, ਬਈ ਕੁੜੀ ਸਾਡੇ ਕੋਲ ਸੇਫ ਆ, ਤੁਸੀਂ ਆਪਣਾ ਨਿਬੇੜੋ, ਜਦ ਤੱਕ ਕੁੜੀ ਇੱਥੇ ਰਹਿੰਦੀ ਹੈ ਜੀ। ਇਸ ਕਰਕੇ ਕੇਸ ਕਿਹੜਾ ਐਸਾ ਫਸਾਤਾ ਸੀ ਤੁਹਾਡੇ ਨਾਲ ਜਿਹੜਾ ਤੁਹਾਨੂੰ ਡਰ ਲੱਗਣਾ ਪਿਆ ਸੀ? ਹਾਂਜੀ, ਜਦੋਂ ਸਰ ਮੇਰੀ ਮੈਰਿਜ ਸੀਗੀ, ਜਾਗੋ ਵਾਲੇ ਦਿਨ ਇੱਥੇ ਕੋਈ ਬਾਹਰ ਲੜਾਈ ਹੋ ਗਈ, ਇੱਥੇ ਬਾਹਰ ਪਿੰਡ, ਉਹ ਕੋਈ ਬੰਦਾ ਜਿਹੜਾ ਸੀਗਾ ਉਹਨੇ ਮੇਰਾ ਨਾਂ ਝੂਠਾ ਵਿੱਚ ਫਸਾਤਾ, ਜਿਹਦੀ ਕੋਈ ਖੁਆਇਸ਼ਿੰਗ ਵੀ ਹੋ ਗਈ ਜਾਂ ਰਾਜੀਨਾਮਾ ਵੀ ਹੋ ਗਿਆ, ਉਹ ਬਾਅਦ ਵਿੱਚ ਹੋਇਆ ਜੀ। ਹਾਂਜੀ,
ਇਸ ਕਰਕੇ ਤੁਸੀਂ ਉਹਦੇ ਕੋਲ ਕਾਰਵਾਈ ਨਹੀਂ ਪਾਈ? ਹਾਂਜੀ ਇਸ ਕਰਕੇ ਉਹਨਾਂ ਹਾਂਜੀ ਹਾਂਜੀ ਇਸ ਕਰਕੇ ਮੈਂ ਉੱਤੇ ਕੋਈ ਨਹੀਂ, ਮੈਨੂੰ ਇਹ ਲੱਗਦਾ ਸੀ ਕਿ ਚਲੋ ਹੁਣ ਅਸੀਂ ਪੈਸੇ ਲਾ ਬੈਠੇ ਆ, ਉਹਦੇ ਬਾਹਰ ਜਾਣ ਦੀ ਆਸ ਸੀਗੀ ਵੀ ਮੈਨੂੰ ਸੱਦ ਲਊਗੀ, ਇਸ ਕਰਕੇ ਜੀ ਮੈਂ ਕੋਈ ਐਕਸ਼ਨ ਨਹੀਂ ਲਿਆ। ਹੁਣ ਇੱਕ ਗੱਲ ਹੋਰ ਦੱਸੋ, ਜਦੋਂ ਹੁਣ ਤੁਸੀਂ ਸਾਰਾ ਕੁਝ ਹੋ ਗਿਆ ਤੁਹਾਡਾ, ਹਾਂਜੀ ਹੁਣ ਪੈਸੇ ਵੀ ਤੁਹਾਡੇ ਫਸ ਗਏ ਆ, ਹਾਂਜੀ ਹੁਣ ਤੁਸੀਂ ਹੁਣ ਤੁਹਾਨੂੰ ਜਦੋਂ ਤੁਹਾਨੂੰ ਦੁਬਾਰਾ ਫੋਨ ਕੀਤਾ ਉਹ ਤੁਹਾਨੂੰ ਕੋਈ ਮੈਸੇਜ ਕਰਦੀ, ਕੀ ਮੈਸੇਜ ਕਰਦੀ ਹੈ ਤੁਹਾਨੂੰ, ਕਿੱਦਾਂ ਦੀ ਕਰਦੀ ਹੈ ਮੈਸੇਜ? ਸਰ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ, ਜਦੋਂ ਉਹਨੇ ਕਾਲਜ 'ਚ ਨਿਕਾਲਿਆ ਉਹਨੇ $2500 ਹੋਰ ਮੰਗਿਆ ਜੀ ਮੇਰੇ ਤੋਂ। $2500 ਅਸੀਂ ਭੇਜਿਆ ਨਹੀਂ, ਅਸੀਂ ਕਿਹਾ ਵੀ ਤੇਰੀ ਸਾਲ ਦੀ ਫੀਸ ਪਹਿਲਾਂ ਗਈ ਆ, ਕਾਲਜ ਸਾਨੂੰ ਬਿਨਾਂ ਦੱਸੇ ਉਹਨੇ ਚੇਂਜ ਕੀਤਾ, ਨਾ ਸਾਨੂੰ ਕੁਝ ਦੱਸਿਆ ਵੀ ਮੈਂ ਕਾਲਜ 'ਚ ਨਿਕਾਲ ਲੱਗੀ ਆ। ਅਸੀਂ ਇਹਦੇ ਘਰਦਿਆਂ ਨੂੰ ਵੀ ਦੱਸਿਆ ਵੀ ਉਹਨੇ ਕਾਲਜ 'ਚ ਨਿਕਾਲਿਆ, ਕਿਹਨੂੰ ਪੁੱਛ ਕੇ ਕੀਤਾ, ਉਹ ਕਹਿੰਦੇ ਜੀ ਸਾਨੂੰ ਵੀ ਨਹੀਂ ਦੱਸਿਆ। ਜਿਹੜੀ ਕੁੜੀ ਆਪਣੀ ਘਰਦਿਆਂ ਤੋਂ ਮਾੜੀ ਮੋਟੀ ਗੱਲ ਵੀ ਨਹੀਂ ਪੁੱਛ ਕੇ ਵੀ ਨਹੀਂ ਕਰਦੀ, ਮਾੜਾ ਮੋਟਾ ਕੰਮ ਵੀ ਨਹੀਂ ਕਰਦੀ, ਉਹਨੇ ਇਹ ਨਹੀਂ ਦੱਸਣਾ ਵੀ ਮੈਂ ਕਾਲਜ 'ਚ ਨਿਕਾਲ ਲੱਗੀ ਆ। ਉਹ ਕੁੜੀ ਮਾੜੀ ਜਿਹੀ ਵੀ ਗੱਲ ਆਪਣੇ ਘਰਦਿਆਂ ਤੋਂ ਪੁੱਛੇ ਬਿਨਾਂ ਨਹੀਂ, ਭੈਣ ਤੇ ਜੀਜੇ ਤੋਂ ਪੁੱਛੇ ਬਿਨਾਂ ਨਹੀਂ ਕਰਦੀ ਜੀ। ਉਹ ਇੱਦਾਂ ਕਿੱਦਾਂ ਹੋ ਸਕਦਾ ਕਿ ਉਹ ਐਡਾ ਵੱਡਾ ਕਾਲਜ ਚੇਂਜ ਕਰਨਾ ਕੈਨੇਡਾ ਜਾ ਕੇ, ਉਹ ਵੀ ਨਵੀਂ ਉਹ ਘਰਦਿਆਂ ਨੂੰ ਨਾ ਦੱਸੇ, ਉਹ ਕਹਿੰਦੇ ਸਾਨੂੰ ਵੀ ਨਹੀਂ ਦੱਸਿਆ ਜੀ। ਹੋਰ ਤੁਸੀਂ ਦੱਸਿਆ ਕੁਝ ਮੈਸੇਜ ਕਰ ਰਹੀ ਹੈ ਉਹ ਗੰਦੇ ਮੰਦੇ, ਤੁਹਾਨੂੰ ਗਾਲਾਂ ਕੱਢ ਰਹੀ ਹੈ, ਉਹ ਕੀ ਚੱਕਰ ਹੈ? ਉਹ ਮੈਂ ਤੁਹਾਨੂੰ ਦੱਸਦਾ, ਸਕਰੀਨਸ਼ਾਟ ਲਈ ਉਹ ਮੈਂ ਤੁਹਾਨੂੰ ਦੱਸਦਾ, ਮੈਂ ਜਦੋਂ $2500 ਨਹੀਂ ਭੇਜਿਆ, ਮੇਰੇ ਡੈਡੀ ਹੁਣੀ $300 ਭੇਜਿਆ ਵੀ ਕੁੜੀ ਸ਼ਾਇਦ ਕੰਮ ਬਣਾ ਦੇਵੇ, ਵੀ ਬਾਹਰਲਾ ਘਰ ਬਚ ਜਾਵੇ, ਤੇ ਉਸ ਤੋਂ ਬਾਅਦ ਉਹਨੇ ਇਹ ਕਿਹਾ ਵੀ ਮੈਨੂੰ ਪੈਸੇ ਘੱਟ ਮਿਲੇ ਆ, ਮੈਂ ਤੇਰੇ ਨਾਲ ਗੱਲ ਨਹੀਂ ਕਰਨੀ। ਮੈਂ ਤੁਹਾਨੂੰ ਸਕਰੀਨਸ਼ਾਟ ਵੀ ਦਿਖਾ ਦਿੰਦਾ ਸਾਰੇ, ਜੋ ਬੋਲੀ ਆ ਉਹ। ਕਹਿੰਦੀ ਮੈਂ ਆ ਦੇਖੋ, ਕਹਿੰਦੀ ਮੈਂ ਤੇਰੇ ਪੈਸੇ ਤੇਰੇ ਮੂੰਹ ਤੇ ਮਾਰਨੇ ਆ, ਤੂੰ ਹੁਣ ਡਿਵੋਰਸ ਪੇਪਰਾਂ ਦੀ ਵੇਟ ਕਰੀ। ਆ ਤੁਸੀਂ ਦੇਖ ਸਕਦੇ ਹੋ, ਤੇਰੇ ਪੈਸੇ ਤੇਰੇ ਮੂੰਹ ਤੇ ਮਾਰਨੇ ਆ, ਮੈਂ ਨਹੀਂ ਹੁਣ ਤੈਨੂੰ ਪੇਪਰ ਭੇਜਣੇ, ਜੋ ਮਰਜ਼ੀ ਕਰ ਲਾ। ਇਹਨੇ ਮੈਨੂੰ ਗਾਲਾਂ ਕੱਢੀਆਂ ਸੀ, ਮੈਂ ਕਿਹਾ ਤੂੰ ਗਾਲ ਕੱਢ ਦੁਬਾਰਾ, ਤੈਨੂੰ ਮੈਂ ਦੱਸਦਾ ਹੁਣ। ਮੈਂ ਜੇ ਕੋਈ ਬੰਦਾ ਕੁੜੀ ਮੈਨੂੰ ਗਾਲ ਕੱਢਦੀ ਆ, ਆਖਰ ਵਿੱਚ ਮੈਂ ਪੈਸੇ ਲਾਏ ਆ ਜੀ, ਮੈਂ ਕਾਹਨੂੰ ਗਾਲਾਂ ਸੁਣਾ ਕਿਸੇ ਦੀਆਂ। ਮੈਂ ਵੀ ਉਹਨੂੰ ਮੈਸੇਜ ਕੀਤੇ, ਕਹਿੰਦੀ ਦਵਾ ਹੁਣ ਬਸ ਦਿਮਾਗ ਨਾ ਖਾ, ਮੈਸੇਜ ਕਰਨ ਦੀ ਕਹਿੰਦੀ ਲੋੜ ਨਹੀਂ ਮੈਨੂੰ, ਕਹਿੰਦੀ ਹੈ ਕੀ ਬਾਂਦਰ ਜੀ ਸ਼ਕਲ ਲੈ ਕੇ ਆਇਆ, ਸਮਝਦਾ ਕੀ ਆਪਣੇ ਆਪ ਨੂੰ, ਇਹ ਮੈਸੇਜ ਕਰਦੀ ਆ ਜੀ। ਉਸ ਤੋਂ ਬਾਅਦ ਆਹ ਮੈਸੇਜ ਮੈਂ ਤਾਂ ਪੜ੍ਹ ਕੇ ਵੀ ਨਹੀਂ ਦੱਸ ਸਕਦਾ ਜੀ, ਇੱਦਾਂ ਦੀਆਂ ਗਾਲਾਂ ਕੱਢੀਆਂ ਉਹਨੇ, ਆਹ ਦੇਖ ਲਓ, ਤੁਸੀਂ ਦੇਖ ਸਕਦੇ ਹੋ। ਉਸ ਤੋਂ ਬਾਅਦ ਮੈਂ ਉਹਨੂੰ ਇਹ ਗੱਲ ਜ਼ਰੂਰ ਪੁੱਛੀ, ਪਹਿਲਾਂ ਉਹਨੂੰ ਪੁੱਛੀ ਸੀਗੀ, ਮੈਂ ਕਿਹਾ ਜਦੋਂ ਮੈਰਿਜ ਹੋਈ ਸੀ ਵੀ ਮੈਂ ਤੈਨੂੰ ਪਸੰਦ ਸੀ? ਕਹਿੰਦੀ ਨਹੀਂ ਤੂੰ ਮੈਨੂੰ ਪਸੰਦ ਨਹੀਂ ਸੀ। ਮੈਂ ਕਿਹਾ ਵੀ ਕਹਿੰਦੀ ਤੈਨੂੰ ਮੈਂ ਪਸੰਦ ਸੀ। ਮੈਂ ਕਿਹਾ ਮੈਨੂੰ ਜੋ ਮੇਰੇ ਘਰ ਦੇ ਡੈਡੀ ਹੁਣੀ ਕਰ ਦਿੱਤਾ ਮੈਨੂੰ ਠੀਕ ਸੀਗਾ। ਕਹਿੰਦੀ ਓਕੇ। ਤੇ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਵੀ ਤੂੰ ਮੈਨੂੰ ਪਹਿਲਾਂ ਦੱਸਦੀ ਅਸੀਂ ਇਹ ਸਟੈਪ ਨਹੀਂ ਸੀ ਚੱਕਣਾ, ਜੇ ਮੈਂ ਤੈਨੂੰ ਪਸੰਦ ਨਹੀਂ ਸੀ। ਕਹਿੰਦੀ ਪਹਿਲਾਂ ਤਾਂ ਇੱਕ ਗੱਲ, ਜਿਹਨੂੰ ਮੈਂ ਜਾਣਦੀ ਹੀ ਨਹੀਂ, ਕੋਈ ਗੱਲ ਹੀ ਨਹੀਂ ਹੋਈ, ਉਹਨੂੰ ਕਿਵੇਂ ਕੋਈ ਪਸੰਦ ਕਰ ਸਕਦਾ ਪਹਿਲਾਂ ਹੀ। ਮੈਂ ਕਿਹਾ ਜਾਣਦਾ ਮੈਂ ਕਿਹੜਾ ਸੀਗਾ, ਆਪਣੀ ਸਾਰੀ ਉੱਥੇ ਹੀ ਗੱਲ ਹੋਈ ਸੀ, ਤੇ ਜਾਣ ਕੇ ਉਹਨੇ ਇਹ ਗੱਲ ਕਹਿਤੀ ਵੀ ਤੂੰ ਮੈਨੂੰ ਪਸੰਦ ਨਹੀਂ ਸੀ। ਮੇਰਾ ਮਤਲਬ ਕਹਿਣ ਦਾ ਹੁਣ ਇਹ ਆ ਕਿ ਮੈਂ ਇਹ ਗੱਲ ਕਹਿਣੀ ਚਾਹ ਰਿਹਾ ਵੀ ਹੁਣ ਬ੍ਰੇਕਅਪ ਹੋ ਗਿਆ ਤੁਹਾਡਾ, ਹੁਣ ਤੁਸੀਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਕੋਲੋਂ, ਕੀ ਮੰਗ ਕਰਦੇ ਹੋ ਇੱਦਾਂ ਦੇ ਲੋਕਾਂ ਦੇ ਖਿਲਾਫ? ਕਿੱਦਾਂ ਦਾ ਐਕਸ਼ਨ ਹੋਣਾ ਚਾਹੀਦਾ? ਸਰ ਮੇਰੀ ਮੰਗ ਇਹੀ ਹੈ ਜੀ, ਇਹਨਾਂ ਦੇ ਖਿਲਾਫ ਇਹਦੇ ਜਿਹੜੇ ਭੈਣ ਤੇ ਜੀਜਾ ਹਰਸ਼ਰਨ ਸਿੰਘ ਤੇ ਹਰਪ੍ਰੀਤ ਕੌਰ, ਤੇ ਜਿਨ੍ਹਾਂ ਤੇ ਅੱਬਲ ਦਾ FIR ਤਿੰਨਾਂ ਜਾਣੇ ਤੇ ਹੋਈ ਹੈ ਜੀ, ਕੁੜੀ ਦੇ ਪੇ ਤੇ, ਕੁੜੀ ਤੇ ਉਹਦੇ ਜੀਜੇ ਦੇ ਹਰਸ਼ਰਨ ਸਿੰਘ ਤੇ, ਇਹਨਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਵੇ, ਇਹਨਾਂ ਨੂੰ ਜੇਲ੍ਹ 'ਚ ਸਿੱਟਿਆ ਜਾਵੇ। ਜਦੋਂ ਪਤਾ ਲੱਗੇ ਕੁੜੀ ਬਾਹਰ ਵਾ ਉੱਤੇ ਵੀ ਕਾਰਵਾਈ ਕੀਤੀ ਜਾਵੇ ਤੇ ਡਿਪੋਰਟ ਹੋਵੇ। ਸਾਨੂੰ ਇਹੀ ਹੈ ਜੀ। ਕੀ ਹੋ ਗਿਆ? ਕੀ ਨਾਂ ਜੀ ਤੁਹਾਡਾ? ਮੇਰਾ ਨਾਮ ਹਰਪ੍ਰਾਸ ਹੈ ਜੀ। ਕੀ ਵਾਕਿਆ ਕੀ ਹੋਇਆ ਜੀ ਇਹ? ਸਰ ਜੀ ਇੱਦਾਂ ਜੀ, ਤੇ ਮੇਰੇ 4 ਗੁੱਡੀਆਂ ਆ, ਇੱਕ ਬੇਟਾ ਮੇਰਾ ਛੋਟਾ ਸਾਰਿਆਂ ਨੂੰ, ਤੇ ਮੈਂ ਟੀਚਰ ਰਿਟਾਇਰ ਹੋਇਆ। ਮੇਰਾ ਦੋਸਤ ਸੋਮਰਾਜ ਜੀ, ਉਹ ਵੀ ਟੀਚਰ ਆ, ਉਹਨਾਂ ਦੀ 9 ਉੱਥੇ ਮਾਲਪੁਰ ਆਈਲਟ ਕੋਚਿੰਗ ਸੈਂਟਰ ਵੀ ਕੋਚਿੰਗ ਦੀ ਆਈਲਟ ਲੈਂਦੀ ਸੀ, ਤੇ ਉਹਨਾਂ ਦੇ ਜਿਹੜੇ ਕੋਚਿੰਗ ਸੈਂਟਰ ਵਾਲੇ ਸੀ, ਉਹਨਾਂ ਦੀ ਲੜਕੀ ਸੀ, ਉਹ ਕਹਿੰਦੇ ਸਾਡੀ ਲੜਕੀ ਨੇ ਆਈਲਟ ਕੀਤੀ ਹੋਵੇ, ਇੱਕ ਮੁੰਡਾ ਹੋਵੇ ਤੁਹਾਨੂੰ ਦੱਸਿਓ ਖਰਚ ਕਰਨ ਵਾਲਾ, ਅਤੇ ਮੁੰਡੇ ਨੂੰ ਬਾਅਦ ਕਾਲਜ ਲੈ ਜਾਵਾਂਗੇ ਅਸੀਂ। ਤਾਂ ਉਹਨਾਂ ਦੀ ਜੀ ਫਿਰ ਰਾਜੀ ਦਾ ਇਸ ਤਰ੍ਹਾਂ ਤੈਅ ਹੋਇਆ ਜੀ। ਤੁਹਾਡਾ ਕਿੰਨਾ ਕੁ ਖਰਚਾ ਹੋ ਗਿਆ ਕੁੜੀ ਦੇ ਉੱਤੇ? ਦੇਖੋ ਜੀ, 2 ਸਮੈਸਟਰਾਂ ਦੀ ਫੀਸ, GIC ਤੇ ਇਹ ਟਿਕਟ, ਤੇ ਉਹ ਨਗਦ ਤੇ ਡਾਲਰਾਂ ਬਾਅਦ ਪੈਸੇ ਦਿੱਤੇ ਆ ਜੀ। ਲਗਭਗ 16 ਲੱਖ ਰੁਪਈਆ ਲੱਗ ਗਿਆ ਸਾਡਾ ਜੀ, ਤੇ 1 ਲੱਖ ਦੇ ਗਹਿਣੇ ਸੀ ਜਿਹੜੇ ਅਸੀਂ ਪਾਏ ਸੀਗੇ, ਉਹ ਵੀ ਜਾਣ ਕੇ ਨਾਲ ਹੀ ਲੈ ਗਏ ਜੀ। ਇਹਦਾ ਵਿਆਹ ਕਿੰਨੇ ਚਿਰ ਪਹਿਲਾਂ ਹੋਇਆ ਸੀਗਾ? ਵਿਆਹ 2019 ਹੋਇਆ ਜੀ। 2019। ਤੇ ਬਾਹਰ ਕਦੋਂ ਗਈ ਇਹ ਕੁੜੀ? ਸਾਰੀ ਜਿਹੜੀ ਫੀਸਾਂ ਸਾਰੀਆਂ ਨਾ ਜੀ ਵਿਆਹ ਤੋਂ ਪਹਿਲਾਂ ਦਿੱਤੀਆਂ ਗਈਆਂ, ਜਨਵਰੀ ਮਹੀਨੇ ਟਿਕਟ ਲੈ ਪਹਿਲਾਂ ਦਿੱਤੀ ਗਈ ਆ, ਤੇ ਵਿਆਹ 13 ਅਪ੍ਰੈਲ ਨੂੰ 2019 ਨੂੰ ਹੋਇਆ ਜੀ। ਤੇ ਬਾਹਰ ਕਦੋਂ ਗਈ? ਵਿਆਹ ਤੋਂ ਕਿੰਨੇ ਚਿਰ ਬਾਅਦ ਗਈ? ਵਿਆਹ ਤੋਂ 1 ਮਿੰਟ ਪਹਿਲਾਂ ਗੱਲ ਕਰਨ ਚਾਹੁੰਦਾ ਜੀ। ਵਿਆਹ ਤੋਂ ਜਦੋਂ ਵਿਆਹ ਹੋ ਕੇ ਆਇਆ ਜੀ ਨਾ, ਤੇ ਇਹਨਾਂ ਨੇ ਕੁੜੀ ਨੂੰ ਸਿਖਾ ਕੇ ਭੇਜਿਆ। ਉਹਦੀ ਵੱਡੀ ਭੈਣ ਤੇ ਜੀਜਾ ਜਿਹੜਾ ਆ, ਉਹ ਮਾਸਟਰ ਮਾਈਂਡ ਉਹ ਆ ਮਾਤਰ ਵਾਲੇ,
ਉਹਨਾਂ ਹਰਸ਼ਰਨ ਸਿੰਘ ਆ ਤੇ ਕੁੜੀ ਨਾਲ ਉਹਦੀ ਵੱਡੀ ਭੈਣ ਆ ਹਰਪ੍ਰੀਤ ਕੌਰ ਆ। ਉਹਨਾਂ ਨੇ ਸਿਖਾ ਕੇ ਭੇਜਿਆ ਬੱਚੇ ਜਦੋਂ ਵੀ ਕੋਈ ਮੁੰਡੇ ਨਾਲ ਰਿਲੇਸ਼ਨ ਨਹੀਂ ਪਾਉਣੇ, ਕਿਉਂਕਿ ਉਹਨੇ ਮਨ ਵਿੱਚ ਪਹਿਲਾਂ ਖੋਟ ਲਗਾ ਵੀ ਇਹ ਕੰਮ ਨਹੀਂ ਹੋਣ ਦੇਣਾ ਹੈ ਨਾ ਜੀ। ਤੇ ਕੁੜੀ ਇੱਥੇ ਵਿਆਹ ਹੋ ਕੇ ਆਈ ਆ ਤੇ ਉਹਨਾਂ ਨੇ ਰਾਤ ਨੂੰ ਮੰਨ ਲਓ 14 ਤਰੀਕ ਨੂੰ ਰਿਲੇਸ਼ਨ ਨਹੀਂ ਬਣਾਉਣ ਦਿੱਤੇ। ਤੇ ਉਹ ਫਿਰ ਅਸੀਂ ਉਹਨਾਂ ਨੂੰ ਵਿਚੋਲੇ ਰਾਹੀਂ ਦੱਸਿਆ ਤਾਂ ਉਹ ਦੂਏ ਨਾਲ ਸਾਰੇ ਨੇ ਇਕੱਠੇ ਪਰਿਵਾਰ ਆਇਆ ਤੇ ਉਹ ਫਿਰ ਕੁੜੀ ਨੂੰ ਆਪਣੇ ਨਾਲ ਲੱਗੇ, ਮੁੜ ਕੇ ਉਹਨੇ ਭੇਜਿਆ ਨਹੀਂ ਗਾ। ਤੇ ਹੁਣ ਇਹ ਜਿਹੜਾ ਮਸਲਾ ਹੋਇਆ ਹੈ, ਇਹ ਗੱਲ ਕਦੋਂ ਉੱਠੀ ਇਹ ਜ਼ਿਆਦਾ? ਦੇਖੋ ਜੀ ਸਭ ਜਿੱਦਾਂ ਜਦੋਂ ਕੁੜੀ ਬਾਹਰ ਗਈ ਆ ਨਾ 28 ਅਪ੍ਰੈਲ 2019 ਨੂੰ ਬਾਹਰ ਕੁੜੀ ਗਈ ਆ, ਏਅਰਪੋਰਟ ਛੱਡ ਕੇ ਆਏ ਆ ਦਿੱਲੀ ਅਸੀਂ। ਤੇ ਉਸ ਤੋਂ ਬਾਅਦ ਸਾਨੂੰ ਕੁੜੀ ਨੇ 2-4 ਵਾਰੀ ਫੋਨ ਆਇਆ ਹੈ ਨਾ ਜੀ। ਤੇ ਉੱਥੇ ਬਾਹਰ ਜਾ ਕੇ ਉਹਨੇ ਕੁੜੀ ਨੇ ਆਪਣਾ ਕਾਲ ਵੀ ਬਦਲ ਲਿਆ ਤੇ ਕੋਰਸ ਵੀ ਬਦਲ ਲਿਆ, ਸਾਨੂੰ ਨਹੀਂ ਦੱਸਿਆ। ਸਾਨੂੰ ਫੋਨ ਕਰਦੀ ਨਹੀਂ ਸੀ, ਜੇ ਨਹੀਂ ਫੋਨ ਕਰਦਾ ਚੁੱਕਣੀ ਸੀ। 2-4 ਵਾਰ ਕੇ ਫੋਨ ਆਇਆ ਤੇ ਉਸ ਤੋਂ ਬਾਅਦ ਕਹਿੰਦੀ ਮੈਨੂੰ ਪੈਸੇ ਹੋਰ ਭੇਜੋ $2500। ਮੈਂ ਕਿਹਾ ਬੇਟਾ ਤੇਰੀ ਫੀਸ ਦਾ ਭੇਜ ਪਹਿਲਾਂ ਤੈਅ ਕੀਤੀ ਅਸੀਂ 31 ਦਸੰਬਰ 2019 ਤੱਕ ਦੀ ਫੀਸ ਗਈ ਹੋਊਗਾ ਹੈ ਨਾ ਜੀ। ਹੁਣ ਪੈਸੇ ਲੋੜ ਨਹੀਂ ਹੈਗੀ। ਪਰੰਤੂ ਉਹ ਕਹਿੰਦੀ ਨਹੀਂ ਮੈਨੂੰ ਚਾਹੀਦੀ ਹੈ ਡੈਡੀ ਚਾਹੀਦੀ ਹੈ। ਮੈਂ ਕਿਹਾ ਬੇਟਾ ਮੇਰੇ ਕੋਲ ਪੈਸੇ ਅਜੇ ਨਹੀਂ ਗਏ, ਮੁੰਡੇ ਬਾਹਰ ਬੁਲਾ ਲਾ, ਮੁੰਡਾ ਬਾਅਦ ਮਾਂ ਦੇ ਦੂਗਾ। ਮੈਂ ਟੀਚਰ ਟੈਰ ਜਿੰਨੇ ਪੈਸੇ ਮੇਰੇ ਦਿਨ ਸਭ ਨਹੀਂ ਲਾਤੇ। ਇੱਕ ਗੱਲ ਦੱਸੋ, ਹੁਣ ਤੁਸੀਂ ਕੀ ਪੁਲਿਸ ਦੇ ਵਿੱਚ ਕੋਈ ਕੰਪਲੇਂਟ ਕੀਤੀ ਹੈ ਇਸ ਸੰਬੰਧ ਵਿੱਚ? ਹਾਂਜੀ ਸਾਹਿਬ ਜੀ, ਅਸੀਂ ਨਾ 20 ਅਗਸਤ 2020 ਜਦੋਂ ਕਿ ਮਤਲਬ ਇਸ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਕਿ ਕੁੜੀ ਨੇ ਜਦੋਂ ਫੋਨ ਨਹੀਂ ਕੀਤਾ ਫਿਰ ਅਸੀਂ $300 ਭੇਜੇ ਨਾ ਹੋਰ। ਤੇ ਉਹ ਕਹਿੰਦੀ ਪੈਸੇ ਘੱਟ ਭੇਜੇ ਆ। ਪੈਸਿਆਂ ਨੇ ਘੱਟ ਭੇਜਣ ਕਰਕੇ ਉਹ ਮੁੰਡੇ ਨੂੰ ਫੋਨ ਤਾਂ ਕਰਦੀ ਨਹੀਂ ਸੀ, ਜੇ ਅਸੀਂ ਘਰ ਚੁੱਕਦੀ ਸੀ ਮੁੰਡੇ ਨੂੰ ਆਪਣੇ ਬਾਤ ਗਲਤ ਬੋਲਣ ਲੱਗ ਪਈ ਮੈਸੇਜ ਕਰਕੇ ਹੈ ਨਾ, ਗਾਲਾਂ ਕੱਢਣ ਲੱਗ ਪਈ, ਕਹਿੰਦੀ ਪੇਪਰ ਭੇਜਣੇ ਆ। ਰੋਂਦੇ ਆਓਗੇ ਤੇ ਹੱਸਦੇ ਜਾਓਗੇ, ਦੁਖੀ ਭੈਣ ਭਰਾਵਾਂ ਦੇ ਸੱਚੇ ਹਮਦਰਦ ਗੁਰੂ ਰਾਜਾ ਸਾਈਂ ਜੀ। 99150150 ਪਤਾ ਲੁਧਿਆਣਾ। ਗੈਟ ਯੂ ਐਕਸ ਲਵ ਬੈਕ ਇਨ ਯੋਰ ਲਾਈਫ। 100% ਗਾਰੰਟੀ ਨਾਲ ਪਾਓ ਪਰੇਸ਼ਾਨੀ ਦਾ ਹੱਲ। ਪਰੇਸ਼ਾਨੀ ਜਿਵੇਂ ਪਿਆਰ ਚ ਧੋਖਾ, ਖੋਇਆ ਹੋਇਆ ਪਿਆਰ ਵਾਪਸ ਪਾਉਣਾ, ਲਵ ਮੈਰਿਜ ਚ ਰੁਕਾਵਟ, ਪ੍ਰੇਮੀ ਪ੍ਰੇਮਿਕਾ ਚ ਝਗੜਾ, ਤਲਾਕ ਕੇਸ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਵਿਦੇਸ਼ ਚ ਪੱਕਾ ਹੋਣਾ, ਇਮੀਗ੍ਰੇਸ਼ਨ ਮਸਲੇ, ਜਾਦੂ ਟੋਣੇ ਦਾ ਜੜ ਤੋਂ ਖਾਤਮਾ, ਮੋਣੀ ਵਸ਼ੀਕਰਨ ਕਰਵਾਓ, ਮਨਚਾਹਾ ਪਿਆਰ ਆਪਣੇ ਵਾਸ ਚ ਕਰੋ, ਲਾਟਰੀ ਨੰਬਰ ਪਾਓ, ਲੋਟੋ ਮੈਕਸ ਜਾਂ ਮੈਗਾ ਮਿਲੀਅਨ। ਹਰ ਜਗ੍ਹਾ ਤੋਂ ਨਿਰਾਸ਼ ਤੇ ਧੋਖਾ ਖਾ ਚੁੱਕੇ ਦੁਖੀ ਭੈਣ ਭਰਾ ਇੱਕ ਵਾਰ ਜ਼ਰੂਰ ਸੰਪਰਕ ਕਰੋ। ਮੋਬਾਈਲ ਨੰਬਰ 99150150